ਪਿਆਰੇ ਦੋਸਤੋ, ਤੁਹਾਡਾ ਸਵਾਗਤ ਹੈ GSS ਕੁਲਰੀਆਂ ਦੇ YouTube ਚੈਨਲ ਤੇ। ਅਸੀਂ ਫਿਰ ਤੋਂ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਲੈ ਕੇ, ਜਿਸ ਦਾ ਵਿਸ਼ਾ ਹੈ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨਾਂ। 10ਵੀਂ ਕਲਾਸ ਦਾ ਟੌਪਿਕ ਹੈ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨ। ਇਸ ਵੀਡੀਓ ਦੇ ਵਿੱਚ ਅਸੀਂ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨਾਂ ਬਾਰੇ ਪੜ੍ਹਾਂਗੇ। ਜੇ ਤੁਸੀਂ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਸਾਡੇ ਦੁਆਰਾ ਅਪਲੋਡ ਕੀਤੀਆਂ ਗਈਆਂ ਜਿਹੜੀਆਂ ਵੀਡੀਓਜ਼ ਨੇ ਉਹਨਾਂ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ। ਤਾਂ ਆਓ ਵਿਦਿਆਰਥੀਓ, ਆਪਾਂ ਦੇਖਦੇ ਹਾਂ। ਸਭ ਤੋਂ ਪਹਿਲਾਂ ਰਸਾਇਣਿਕ ਸਮੀਕਰਨ ਬਾਰੇ ਸਮਝਣ ਤੋਂ ਪਹਿਲਾਂ ਅਸੀਂ ਪਰਿਵਰਤਨ ਦੀ ਗੱਲ ਕਰਦੇ ਹਾਂ। ਪਰਿਵਰਤਨ ਕੀ ਹੁੰਦੇ ਆ ਤੇ ਕਿਹੜੀ ਇਹਨਾਂ ਦੀ ਕਿਸਮ ਹੈ। ਦੋ ਤਰ੍ਹਾਂ ਦੇ ਪਰਿਵਰਤਨ ਅਸੀਂ ਇੱਥੇ ਗੱਲ ਕਰਾਂਗੇ, ਭੌਤਿਕ ਪਰਿਵਰਤਨ ਅਤੇ ਰਸਾਇਣਿਕ ਪਰਿਵਰਤਨ। ਭੌਤਿਕ ਪਰਿਵਰਤਨ ਉਹ ਪਰਿਵਰਤਨ ਹੈ ਜਿਸ ਵਿੱਚ ਕੋਈ ਨਵਾਂ ਪਦਾਰਥ ਨਹੀਂ ਬਣਦਾ। ਭਾਵ ਜਿਵੇਂ ਅਸੀਂ ਜੇ ਉਦਾਹਰਨ ਦੀ ਗੱਲ ਕਰੀਏ, ਪਾਣੀ ਨੂੰ ਉਬਾਲ ਰਹੇ ਹਾਂ ਅਸੀਂ, ਜਦੋਂ ਪਾਣੀ ਉਬਲ ਜਾਂਦਾ ਹੈ, ਭਾਪ ਬਣਦਾ ਹੈ, ਤਾਂ ਵੀ ਉਹ ਪਾਣੀ ਹੀ ਰਹਿੰਦਾ ਹੈ, ਭਾਵ ਨਵਾਂ ਪਦਾਰਥ ਨਹੀਂ ਬਣਿਆ। ਔਰ ਇਸ ਤਰ੍ਹਾਂ ਦੇ ਪਰਿਵਰਤਨਾਂ ਨੂੰ ਆਸਾਨੀ ਨਾਲ ਅਸੀਂ ਉਲਟਾ ਸਕਦੇ ਹਾਂ, ਵਾਪਸ ਉਸੇ ਅਵਸਥਾ ਵਿੱਚ ਜਾਇਆ ਜਾ ਸਕਦਾ ਹੈ। ਬੱਲਬ ਨੂੰ ਗਲੋ ਕੀਤਾ ਜਾ ਰਿਹਾ ਹੈ, ਆਈਸਕ੍ਰੀਮ ਨੂੰ ਪਿਘਲਾਇਆ ਜਾ ਰਿਹਾ ਹੈ, ਜਾਂ ਕਿਸੇ ਮੈਟਲ ਦੇ ਟੁਕੜੇ ਨੂੰ ਜਦੋਂ ਅਸੀਂ ਕੁੱਟਦੇ ਹਾਂ ਹਥੌੜੇ ਦੀ ਮਦਦ ਦੇ ਨਾਲ, ਤਾਂ ਇਹ ਸਾਰੇ ਜਿਹੜੇ ਪਰਿਵਰਤਨ ਨੇ ਇਹਨਾਂ ਨੂੰ ਅਸੀਂ ਭੌਤਿਕ ਪਰਿਵਰਤਨ ਦਾ ਨਾਮ ਦਿੰਦੇ ਹਾਂ, ਕਿਉਂਕਿ ਇਸ ਤਰ੍ਹਾਂ ਦੇ ਪਰਿਵਰਤਨ ਨੂੰ ਅਸੀਂ ਉਲਟਾ ਸਕਦੇ ਹਾਂ। ਇਹਨਾਂ 'ਚ ਕੋਈ ਨਵਾਂ ਪਦਾਰਥ ਨਹੀਂ ਬਣਿਆ। ਇਹ ਤਾਂ ਸੀ ਭੌਤਿਕ ਪਰਿਵਰਤਨ ਦੀ ਗੱਲ। ਹੁਣ ਅਸੀਂ ਦੇਖਦੇ ਹਾਂ ਰਸਾਇਣਿਕ ਪਰਿਵਰਤਨ। ਉਹ ਪਰਿਵਰਤਨ ਜਿਸ ਵਿੱਚ ਇੱਕ ਜਾਂ ਇੱਕ ਤੋਂ ਜ਼ਿਆਦਾ ਨਵੇਂ ਪਦਾਰਥ ਬਣਦੇ ਹਨ। ਜਿਵੇਂ ਦੁੱਧ ਤੋਂ ਦਹੀਂ ਦਾ ਬਣਨਾ ਹੈ। ਦੁੱਧ ਤੋਂ ਦਹੀਂ ਦਾ ਬਣਨਾ, ਦਹੀਂ ਇੱਕ ਨਵਾਂ ਪਦਾਰਥ ਹੈ। ਲੋਹੇ ਦੇ ਕਿਸੇ ਟੁਕੜੇ ਨੂੰ ਜੰਗ ਲੱਗ ਜਾਣਾ, ਜੰਗਾਲ ਲੱਗਣਾ, ਕੋਲੇ ਦਾ ਜਲਣਾ ਹੈ, ਜਾਂ ਕਿਸੇ ਆਤਿਸ਼ਬਾਜ਼ੀ ਦਾ ਚੱਲਣਾ ਹੈ, ਇਹ ਸਾਰੇ ਜਿਹੜੇ ਪਰਿਵਰਤਨ ਨੇ ਇਹ ਰਸਾਇਣਿਕ ਪਰਿਵਰਤਨ ਨੇ। ਇੱਕ ਇਹ ਤੁਸੀਂ ਜਲਦੀ ਹੋਈ ਮੋਮਬੱਤੀ ਦੇਖ ਰਹੇ ਹੋ, ਇਹਦੇ 'ਚ ਦੋਨੋਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਆ। ਇਸ 'ਚ ਭੌਤਿਕ ਪਰਿਵਰਤਨ ਵੀ ਹੈ, ਕਿਉਂਕਿ ਜਿਹੜੀ ਮੋਮਬੱਤੀ ਦੀ ਮੋਮ ਹੈ ਉਹ ਪਿਘਲ ਰਹੀ ਹੈ। ਮੋਮਬੱਤੀ ਦਾ ਪਿਘਲਣਾ ਉਹ ਭੌਤਿਕ ਪਰਿਵਰਤਨ ਦੇ ਵਿੱਚ ਆਉਂਦਾ ਹੈ, ਪਰ ਮੋਮ ਦਾ ਜਲਣਾ ਉਹ ਅਸੀਂ ਰਸਾਇਣਿਕ ਪਰਿਵਰਤਨ ਦੇ ਵਿੱਚ ਕੰਸੀਡਰ ਕਰਦੇ ਹਾਂ। ਹੁਣ ਅਸੀਂ ਜੇ ਉਸ ਰਸਾਇਣਿਕ ਪਰਿਵਰਤਨ ਨੂੰ ਦੇਖੀਏ ਤਾਂ ਰਸਾਇਣਿਕ ਕਿਰਿਆ ਕੀ ਹੈ। ਜਿੱਥੇ ਕਿਤੇ ਕੋਈ ਰਸਾਇਣਿਕ ਪਰਿਵਰਤਨ ਹੋ ਰਿਹਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਉੱਥੇ ਕੋਈ ਰਸਾਇਣਿਕ ਕਿਰਿਆ ਹੋਈ ਹੈ। ਤਾਂ ਇਹ ਗੱਲ ਨੂੰ ਧਿਆਨ ਨਾਲ ਸਮਝਣ ਦੀ ਜ਼ਰੂਰਤ ਹੈ। ਜਦੋਂ ਵੀ ਜਿੱਥੇ ਕਿਤੇ ਵੀ ਕੋਈ ਰਸਾਇਣਿਕ ਪਰਿਵਰਤਨ ਹੋਏਗਾ, ਇਹਦਾ ਮਤਲਬ ਉੱਥੇ ਕੋਈ ਰਸਾਇਣਿਕ ਕਿਰਿਆ ਹੋ ਰਹੀ ਹੈ। ਜਿਵੇਂ ਦੁੱਧ ਤੋਂ ਦਹੀਂ ਬਣਨਾ ਸੀ, ਉਹ ਵੀ ਇੱਕ ਰਸਾਇਣਿਕ ਕਿਰਿਆ ਸੀ। ਲੋਹੇ ਨੂੰ ਜੰਗਾਲ ਲੱਗਣਾ ਉਹ ਵੀ ਇੱਕ ਰਸਾਇਣਿਕ ਕਿਰਿਆ ਸੀ। ਕਾਗਜ਼ ਦਾ ਜਲਣਾ ਉਹ ਵੀ ਇੱਕ ਰਸਾਇਣਿਕ ਕਿਰਿਆ ਸੀ। ਕਿਸੇ ਕੋਲੇ ਦਾ ਜਲਣਾ ਉਹ ਵੀ ਰਸਾਇਣਿਕ ਕਿਰਿਆ ਹੈ। ਆਤਿਸ਼ਬਾਜ਼ੀ ਦਾ ਫੁੱਟਣਾ ਉਹ ਵੀ ਰਸਾਇਣਿਕ ਕਿਰਿਆ ਹੈ। ਸਾਡੇ ਆਲੇ ਦੁਆਲੇ ਦੇ ਵਿੱਚ ਕਿੰਨੀਆਂ ਹੀ ਇਸ ਤਰ੍ਹਾਂ ਦੀਆਂ ਉਦਾਹਰਨਾਂ ਅਸੀਂ ਦੇਖ ਸਕਦੇ ਹਾਂ। ਹੁਣ ਅੱਗੇ ਗੱਲ ਆਉਂਦੀ ਹੈ ਕਿ ਸਾਨੂੰ ਪਤਾ ਕਿਸ ਤਰ੍ਹਾਂ ਲੱਗੇਗਾ ਕਿ ਕੋਈ ਰਸਾਇਣਿਕ ਕਿਰਿਆ ਹੋ ਰਹੀ ਹੈ ਜਾਂ ਨਹੀਂ। ਤਾਂ ਕਿਸੇ ਵੀ ਰਸਾਇਣਿਕ ਕਿਰਿਆ ਦੀ ਪਛਾਣ ਕਰਨ ਦੇ ਲਈ ਇਹ ਕੁਝ ਪੁਆਇੰਟਸ ਦਿੱਤੇ ਹੋਏ ਨੇ। ਅਸੀਂ ਇਹਨਾਂ ਪੁਆਇੰਟਸ ਦੇ ਆਧਾਰ ਦੇ ਉੱਤੇ ਕਿਸੇ ਵੀ ਕਿਰਿਆ ਦੀ ਪਛਾਣ ਕਰ ਸਕਦੇ ਹਾਂ। ਤਾਂ ਇਹ ਪੁਆਇੰਟ ਕਿਹੜੇ ਆ? ਇੱਕ ਤਾਂ ਹੈ ਕਿ ਉਸ ਕਿਰਿਆ ਦੇ ਦੌਰਾਨ ਅਵਸਥਾ ਪਰਿਵਰਤਨ ਅਗਰ ਹੋ ਰਿਹਾ ਹੈ ਤਾਂ ਉਹ ਇੱਕ ਰਸਾਇਣਿਕ ਕਿਰਿਆ ਹੋ ਸਕਦੀ ਹੈ। ਜਾਂ ਉਸ ਦੇ ਰੰਗ ਦੇ ਵਿੱਚ ਕੋਈ ਚੇਂਜ ਆ ਰਿਹਾ ਹੈ। ਜਿਵੇਂ ਕੁਝ ਉਦਾਹਰਨਾਂ ਅਸੀਂ ਅੱਗੇ ਡਿਸਕਸ ਕਰਾਂਗੇ ਜਿਨ੍ਹਾਂ ਦਾ ਰੰਗ ਚੇਂਜ ਹੋ ਜਾਊਗਾ, ਰੰਗ ਬਦਲ ਜਾਊਗਾ, ਇਹਦਾ ਮਤਲਬ ਉਹ ਵੀ ਕੋਈ ਰਸਾਇਣਿਕ ਕਿਰਿਆ ਹੋ ਸਕਦੀ ਹੈ।
ਕੋਈ ਗੈਸ ਦੀ ਉਤਪਤੀ ਹੋ ਰਹੀ ਹੈ ਜਾਂ ਉਸਦੇ ਤਾਪਮਾਨ ਵਿੱਚ ਕੋਈ ਪਰਿਵਰਤਨ ਆਉਂਦਾ ਹੈ, ਤਾਪਮਾਨ ਵੱਧ ਜਾਂਦਾ ਹੈ, ਘਟ ਜਾਂਦਾ ਹੈ, ਤਾਂ ਇਹ 4 ਪੁਆਇੰਟ ਅਗਰ ਅਸੀਂ ਧਿਆਨ 'ਚ ਰੱਖੀਏ ਤਾਂ ਅਸੀਂ ਕਿਸੇ ਵੀ ਰਸਾਇਣਕ ਕਿਰਿਆ ਦੀ ਪਛਾਣ ਕਰ ਸਕਦੇ ਹਾਂ ਕਿ ਉੱਥੇ ਰਸਾਇਣਕ ਕਿਰਿਆ ਹੋ ਰਹੀ ਹੈ ਜਾਂ ਨਹੀਂ ਹੋ ਰਹੀ। ਅੱਗੇ ਆਉਂਦਾ ਹੈ, ਹੁਣ ਸਾਨੂੰ ਪਛਾਣ ਕਰਨੀ ਆ ਗਈ, ਪਰ ਜਦੋਂ ਅਸੀਂ ਉਸ ਨੂੰ ਲਿਖਣਾ ਹੈ ਤਾਂ ਉਹਨੂੰ ਕਿਸ ਤਰ੍ਹਾਂ ਲਿਖਾਂਗੇ। ਰਸਾਇਣਕ ਕਿਰਿਆ ਨੂੰ ਲਿਖਣ ਦੇ ਅਸੀਂ 2 ਤਰੀਕਿਆਂ ਦੀ ਇੱਥੇ ਗੱਲ ਕਰਦੇ ਹਾਂ। ਇੱਕ ਹੁੰਦੀ ਹੈ ਸ਼ਾਬਦਿਕ ਸਮੀਕਰਨ, ਜਿਵੇਂ ਅਸੀਂ ਇੱਕ ਸਮੀਕਰਨ ਇੱਕ ਕਿਰਿਆ ਦੀ ਗੱਲ ਕਰਦੇ ਹਾਂ, ਮੈਗਨੀਸ਼ੀਅਮ ਰਿਬਨ ਨੂੰ ਜਦੋਂ ਜਲਾਇਆ ਜਾਂਦਾ ਹੈ ਤਾਂ ਮੈਗਨੀਸ਼ੀਅਮ ਆਕਸਾਈਡ ਬਣਦਾ ਹੈ। ਹੁਣ ਇਸ ਦੀ ਸ਼ਾਬਦਿਕ ਇਕੁਏਸ਼ਨ ਅਸੀਂ ਕੀ ਲਿਖਤੀ, ਮੈਗਨੀਸ਼ੀਅਮ ਪਲੱਸ ਆਕਸੀਜਨ ਤਾਂ ਬਣ ਗਿਆ ਕੀ, ਮੈਗਨੀਸ਼ੀਅਮ ਆਕਸਾਈਡ। ਜਿਹੜੀ ਇਸ ਟਾਈਪ ਦੀ ਇਕੁਏਸ਼ਨ ਹੈ ਇਹਨੂੰ ਸ਼ਾਬਦਿਕ ਇਕੁਏਸ਼ਨ ਕਹਿੰਦੇ ਆ। ਪਰ ਇਸ ਨੂੰ ਲਿਖਣ ਦਾ ਇੱਕ ਹੋਰ ਤਰੀਕਾ ਹੈ, ਥੋੜਾ ਹੋਰ ਸੰਖੇਪ ਕਰਕੇ ਲਿਖਿਆ ਜਾ ਸਕਦਾ ਹੈ। ਇਹਨਾਂ ਸਾਰਿਆਂ ਦੇ ਇਹ ਸੰਕੇਤ ਨੇ, ਜਿਵੇਂ ਮੈਗਨੀਸ਼ੀਅਮ ਦਾ ਸੰਕੇਤ ਹੈ Mg, ਆਕਸੀਜਨ ਦਾ ਸੰਕੇਤ ਹੈ ਆਕਸੀਜਨ O ਤੇ ਮੈਗਨੀਸ਼ੀਅਮ ਆਕਸਾਈਡ ਦਾ MgO। ਤਾਂ ਅਸੀਂ ਇਹਨਾਂ ਨੂੰ ਹੋਰ ਸੰਖੇਪ ਕਰਨ ਦੇ ਲਈ ਇਹਨਾਂ ਦੇ ਸੰਕੇਤਾਂ ਦੇ ਰੂਪ ਦੇ ਵਿੱਚ ਅਸੀਂ ਇਸ ਨੂੰ ਲਿਖਦੇ ਹਾਂ। ਜਿਹੜਾ ਆਹ ਵਾਲਾ ਪੋਰਸ਼ਨ ਹੈ ਇਸ ਨੂੰ ਅਸੀਂ ਅਭਿਕਾਰਕ ਦਾ ਨਾਮ ਦਿੰਦੇ ਹਾਂ, ਔਰ ਜਿਹੜਾ ਇਹ ਪ੍ਰੋਡਕਟ ਬਣਿਆ ਹੈ ਇਸ ਨੂੰ ਅਸੀਂ ਉਤਪਾਦ ਦਾ ਨਾਮ ਦਿੰਦੇ ਹਾਂ। ਤਾਂ ਇਹ ਸਾਰੇ ਸ਼ੁਰੂ 'ਚ ਜੋ ਸਾਡੇ ਕੋਲ ਰॉ ਮਟੀਰੀਅਲ ਹੈ, ਕੱਚਾ ਮਾਲ ਹੈ, ਉਹ ਅਭਿਕਾਰਕ ਨੇ, ਔਰ ਕਿਰਿਆ ਹੋਣ ਤੋਂ ਬਾਅਦ ਜੋ ਬਚਦਾ ਹੈ ਅਸੀਂ ਉਸ ਨੂੰ ਉਤਪਾਦ ਕਹਿੰਦੇ ਹਾਂ। ਅਗਲੀ ਗੱਲ ਆਉਂਦੀ ਹੈ ਕਿ ਹੁਣ ਉਹ ਰਸਾਇਣਕ ਕਿਰਿਆ ਸੰਤੁਲਿਤ ਹੈ ਜਾਂ ਨਹੀਂ। ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸੰਤੁਲਿਤ ਰਸਾਇਣਕ ਸਮੀਕਰਨ ਹੁੰਦੀ ਕੀ ਹੈ। ਜਿਸ ਰਸਾਇਣਕ ਕਿਰਿਆ ਦੇ ਵਿੱਚ ਪਹਿਲਾਂ ਅਤੇ ਅੰਤ ਵਿੱਚ ਹਰ ਇੱਕ ਤੱਤ ਦੇ ਪਰਮਾਣੂਆਂ ਦੀ ਸੰਖਿਆ ਇੱਕ ਸਮਾਨ ਰਹਿੰਦੀ ਹੈ, ਉਹਨਾਂ ਨੂੰ ਕਿਹਾ ਜਾਂਦਾ ਹੈ ਸੰਤੁਲਿਤ। ਜਿਵੇਂ ਆਹ ਇੱਕ ਉਦਾਹਰਨ ਅਸੀਂ ਇੱਥੇ ਦੇਖਦੇ ਹਾਂ, ਆਕਸੀਜਨ ਤੇ ਹਾਈਡਰੋਜਨ, ਇਹਨਾਂ ਦੋਨਾਂ ਦੀ ਕਿਰਿਆ ਕਰਵਾਈ ਹੈ ਤਾਂ ਕੀ ਬਣਦਾ, ਸਾਡੇ ਕੋਲ ਵਾਟਰ ਬਣਦਾ, ਪਾਣੀ ਬਣਦਾ। ਤਾਂ ਹਾਈਡਰੋਜਨ ਸੀ, ਇਹ ਵੀ ਇੱਕ ਹਾਈਡਰੋਜਨ ਹੈ, ਇਹ ਵੀ H2, ਇੱਕ ਆਹ ਵਾਲਾ ਮੋਲੀਕਿਊਲ ਹੋ ਗਿਆ, ਅਣੂ ਹੋ ਗਿਆ, ਇੱਕ ਇਹ ਅਣੂ ਹੋ ਗਿਆ। 2 ਅਣੂ ਕਿਹਦੇ ਨੇ, ਹਾਈਡਰੋਜਨ ਦੇ। ਆਕਸੀਜਨ ਦੇ 2 ਪਰਮਾਣੂਆਂ ਨਾਲ, ਇੱਕ ਇਹ ਆਕਸੀਜਨ ਹੈ ਇੱਕ ਇਹ ਆਕਸੀਜਨ ਹੈ, ਇਹਨਾਂ ਦੋਨਾਂ ਨਾਲ ਜਦੋਂ ਇਹ ਕਿਰਿਆ ਕਰਦਾ ਹੈ ਤਾਂ 2 ਅਣੂ ਬਣਾਉਂਦਾ ਪਾਣੀ ਦੇ। ਤੁਸੀਂ ਦੇਖ ਸਕਦੇ ਹੋ ਇਸ ਤਰਫ ਹਾਈਡਰੋਜਨ ਕਿੰਨੇ ਹੋ ਗਏ, 1 2 3 4, ਔਰ ਇਸ ਤਰਫ ਹਾਈਡਰੋਜਨ ਕਿੰਨੇ ਨੇ, 1 2 3 4। ਇਹਦਾ ਮਤਲਬ ਇੱਧਰ 4 ਹਾਈਡਰੋਜਨ ਸੀ, 4 ਹੀ ਇੱਧਰ ਨੇ। ਜੇ ਆਕਸੀਜਨ ਦੀ ਗੱਲ ਕਰੀਏ, 1 2 ਆਕਸੀਜਨ ਇੱਧਰ ਨੇ, ਇੱਧਰ ਵੀ 2 ਆਕਸੀਜਨ ਨੇ। ਇਹਦਾ ਮਤਲਬ ਜਿਹੜੀ ਇਹ ਰਸਾਇਣਕ ਸਮੀਕਰਨ ਹੈ ਇਹ ਸੰਤੁਲਿਤ ਹੈ। ਤਾਂ ਜਦੋਂ ਕਿਸੇ ਕਿਰਿਆ ਦੇ ਹੋਣ ਤੋਂ ਪਹਿਲਾਂ ਜਿੰਨੇ ਪਰਮਾਣੂ ਸੀ ਸਾਡੇ ਕੋਲ, ਓਨੇ ਹੀ ਪਰਮਾਣੂ ਉਧਰ ਕਿਰਿਆ ਹੋਣ ਤੋਂ ਬਾਅਦ ਉਹ ਹੋਣ, ਤਾਂ ਉਸ ਕਿਰਿਆ ਨੂੰ ਕਿਹਾ ਜਾਂਦਾ ਹੈ ਸੰਤੁਲਿਤ ਰਸਾਇਣਕ ਸਮੀਕਰਨ। ਤਾਂ ਹੁਣ ਇੱਕ ਪ੍ਰਸ਼ਨ ਇੱਥੇ ਇਹ ਉੱਠਦਾ ਹੈ ਕਿ ਕਿਸੇ ਵੀ ਸਮੀਕਰਨ ਦਾ ਸੰਤੁਲਿਤ ਕਰਨਾ ਜ਼ਰੂਰੀ ਕਿਉਂ ਹੈ। ਮਤਲਬ ਅਸੀਂ ਇੰਨੀ ਕਿਉਂ ਕਹਿੰਦੇ ਆ ਕਿ ਰਸਾਇਣਕ ਸਮੀਕਰਨ ਸੰਤੁਲਿਤ ਹੋਣੀ ਚਾਹੀਦੀ ਹੈ। ਹੁਣ ਉਹਦੇ ਲਈ ਅਸੀਂ ਇੱਕ ਪੁੰਜ ਸੁਰੱਖਣ ਦਾ ਨਿਯਮ ਪੜ੍ਹਿਆ ਸੀਗਾ 9ਵੀਂ ਕਲਾਸ ਦੇ ਵਿੱਚ। ਕੀ ਹੁੰਦਾ ਨਿਯਮ ਕਿ ਕਿਸੇ ਵੀ ਰਸਾਇਣਕ ਕਿਰਿਆ ਵਿੱਚ ਪੁੰਜ ਨੂੰ ਨਾ ਤਾਂ ਅਸੀਂ ਨਿਰਮਿਤ ਕਰ ਸਕਦੇ ਹਾਂ, ਨਾ ਅਸੀਂ ਇਸ ਨੂੰ ਨਸ਼ਟ ਕਰ ਸਕਦੇ ਹਾਂ। ਮਤਲਬ ਜਿਹੜਾ ਪੁੰਜ ਹੈ, ਪੁੰਜ ਹਮੇਸ਼ਾ ਸਥਿਰ ਰਹਿੰਦਾ ਹੈ ਕਿਰਿਆ ਦੇ ਹੋਣ ਤੋਂ ਪਹਿਲਾਂ ਤੇ ਕਿਰਿਆ ਦੇ ਹੋਣ ਤੋਂ ਬਾਅਦ। ਇਹਦਾ ਮਤਲਬ ਇਹ ਹੋਇਆ ਕਿ ਕੋਈ ਵੀ ਕਿਰਿਆ ਦੇ ਦੌਰਾਨ ਕੋਈ ਨਵਾਂ ਤੱਤ ਸਿਰਜਿਆ ਨਹੀਂ ਜਾਂਦਾ। ਜਿੰਨੇ ਤੱਤ ਕਿਰਿਆ ਦੇ ਹੋਣ ਤੋਂ ਪਹਿਲਾਂ ਨੇ ਓਨੇ ਹੀ ਕਿਰਿਆ ਦੇ ਹੋਣ ਤੋਂ ਬਾਅਦ ਹੋਣੇ ਚਾਹੀਦੇ ਹੈ। ਇਸ ਲਈ ਕਿਸੇ ਵੀ ਰਸਾਇਣਕ ਸਮੀਕਰਨ ਨੂੰ ਸੰਤੁਲਿਤ ਕਰਨਾ ਬੜਾ ਜ਼ਰੂਰੀ ਹੈ। ਔਰ ਸੰਤੁਲਿਤ ਕਰਨ ਦੇ ਤਰੀਕੇ ਬੜੇ ਸਿੰਪਲ ਨੇ। ਅਸੀਂ ਉਸ ਸਮੀਕਰਨ ਦੇ ਵਿੱਚ ਹਾਈਡਰੋਜਨ ਹੈ, ਆਕਸੀਜਨ ਹੈ, ਇਹਨਾਂ ਨੂੰ ਦੋਨੋਂ ਸਾਈਡ ਬਰਾਬਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਹ 2 ਨਾਲ ਗੁਣਾ ਕਰਕੇ ਦੇਖੋ, 3 ਨਾਲ ਗੁਣਾ ਕਰਕੇ ਦੇਖੋ, ਮਤਲਬ
ਹਿੱਟ ਐਂਡ ਟਰਾਇਲ ਮੈਥਡ ਦੀ ਵਰਤੋਂ ਅਸੀਂ ਕਰ ਸਕਦੇ ਹਾਂ। ਬੜਾ ਸਿੰਪਲ ਜਿਹਾ ਮੈਥਡ ਹੈ। ਅੱਗੇ ਅਸੀਂ ਇਹਨਾਂ ਰਸਾਇਣਿਕ ਸਮੀਕਰਨ ਦੀਆਂ ਕਿਸਮਾਂ ਦੀ ਗੱਲ ਕਰਦੇ ਹਾਂ। ਇਹ ਕਿੰਨੇ ਕਿਸਮਾਂ ਦੀਆਂ ਨੇ। ਇੱਥੇ ਇਸ ਵੀਡੀਓ ਦੇ ਦੌਰਾਨ ਅਸੀਂ ਇਹਨਾਂ ਦੀ ਗੱਲ ਕਰਾਂਗੇ। ਇੱਕ ਹੈ ਸੰਯੋਜਨ ਕਿਰਿਆ, ਅਪਘਟਨ ਕਿਰਿਆ, ਵਿਸਥਾਪਨ ਕਿਰਿਆ, ਦੂਹਰਾ ਵਿਸਥਾਪਨ ਕਿਰਿਆ, ਆਕਸੀਕਰਨ ਅਤੇ ਲਘੂਕਰਨ। ਸਾਡੀ ਜਿਹੜੀ ਇਸ ਵੀਡੀਓ ਦੇ ਵਿੱਚ ਅਸੀਂ ਇਹਨਾਂ 5 ਕਿਰਿਆਵਾਂ ਦੀ ਗੱਲ ਕਰਾਂਗੇ। ਇੱਕ ਇੱਕ ਕਰਕੇ ਅਸੀਂ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਹੈ ਸੰਯੋਜਨ ਕਿਰਿਆ। ਹੁਣ ਜਿਹੜੀ ਸੰਯੋਜਨ ਕਿਰਿਆ, ਇਹਦੇ ਨਾਮ ਦੇ ਵਿੱਚ ਹੀ ਤੁਸੀਂ ਦੇਖ ਰਹੇ ਹੋ ਸੰਯੋਜਿਤ ਹੋਣਾ। ਉਹ ਰਸਾਇਣਿਕ ਕਿਰਿਆ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਅਭਿਕਾਰਕ ਆਪਸ ਦੇ ਵਿੱਚ ਜੁੜ ਜਾਂਦੇ ਆ ਔਰ ਉਤਪਾਦ ਕਿੰਨੇ ਬਣਾਉਣਗੇ? ਇੱਕ ਉਤਪਾਦ ਬਣਾਉਣਗੇ। ਮਤਲਬ ਉਹ ਕਿਰਿਆਵਾਂ ਜਿਨ੍ਹਾਂ 'ਚ ਅਭਿਕਾਰਕ ਜੁੜ ਜਾਂਦੇ ਆ ਔਰ ਇੱਕ ਉਤਪਾਦ ਬਣਾਉਣ। ਇਸੇ ਲਈ ਇਸ ਕਿਰਿਆ ਦਾ ਨਾਮ ਰੱਖਿਆ ਗਿਆ ਸੰਯੋਜਨ। ਸੰਯੋਜਨ ਮਤਲਬ ਸੰਯੋਜਿਤ ਹੋਣਾ, ਜੁੜਨਾ। ਤਾਂ ਉਹ ਕਿਰਿਆ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਅਭਿਕਾਰਕ ਜੁੜ ਕੇ ਇੱਕ ਉਤਪਾਦ ਬਣਾਉਂਦੇ ਆ। ਜਿਵੇਂ ਅਸੀਂ ਇੱਥੇ ਇੱਕ ਉਦਾਹਰਨ ਦੀ ਗੱਲ ਕਰਦੇ ਹਾਂ। ਕੈਲਸ਼ੀਅਮ ਆਕਸਾਈਡ ਹੈ, ਇਹਦੇ 'ਚ ਅਸੀਂ ਪਾਣੀ ਪਾਤਾ ਤਾਂ ਇਹ ਅਭਿਕਾਰਕ ਹੈ, ਇਹ ਵੀ ਇੱਕ ਅਭਿਕਾਰਕ ਹੈ। ਦੋ ਅਭਿਕਾਰਕ ਸੀ, ਇਹਨਾਂ ਨੇ ਜੁੜ ਕੇ ਇੱਕ ਉਤਪਾਦ ਬਣਾਇਆ ਕੈਲਸ਼ੀਅਮ ਹਾਈਡਰੋਕਸਾਈਡ। ਔਰ ਇਸ ਸਮੀਕਰਨ 'ਚ ਨਾਲ ਕੁਝ ਹੀਟ ਹੈ, ਜਿਹੜੀ ਕੁਝ ਤਾਪ ਦਾ ਜਿਹੜਾ ਉਤਪਾਦਨ ਹੋ ਰਿਹਾ ਹੈ। ਮਤਲਬ ਉਹ ਜਿਹੜੀ ਪਰਖਣਲੀ ਜਾਂ ਬੀਕਰ ਜਿਸ ਦੇ ਵਿੱਚ ਅਸੀਂ ਇਹ ਕਿਰਿਆ ਕਰਾਂਗੇ, ਜੇ ਉਸਨੂੰ ਅਸੀਂ ਹੱਥ ਨਾਲ ਛੂਹ ਕੇ ਦੇਖਾਂਗੇ ਤਾਂ ਉਹ ਬੀਕਰ ਗਰਮ ਹੋ ਜਾਊਗਾ। ਇੱਕ ਹੋਰ ਉਦਾਹਰਨ ਹੈ ਮੈਗਨੀਸ਼ੀਅਮ ਰਿਬਨ ਦੀ। ਮੈਗਨੀਸ਼ੀਅਮ ਜਿਹੜਾ ਰਿਬਨ ਹੈ, ਜਦੋਂ ਉਸਦੀ ਅਸੀਂ ਆਕਸੀਜਨ ਨਾਲ ਕਿਰਿਆ ਕਰਾਉਂਦੇ ਹਾਂ ਤਾਂ ਵੀ ਉਹ ਜਿਹੜੀ ਹੈ ਇਸ ਦੀ ਉਦਾਹਰਨ ਹੈ ਸੰਯੋਜਨ ਕਿਰਿਆ ਦੀ। ਤਾਂ ਬੜੀਆਂ ਇੰਪੋਰਟੈਂਟ ਇਹ ਦੋਨੋਂ ਸਮੀਕਰਨਾਂ ਨੇ। ਇਹਦੀ ਜਿਹੜੀ ਪਰਿਭਾਸ਼ਾ ਹੈ ਬੜੀ ਸਿੰਪਲ ਹੈ। ਦੋ ਜਾਂ ਦੋ ਤੋਂ ਵੱਧ ਅਭਿਕਾਰਕ ਆਪਸ 'ਚ ਜੁੜਦੇ ਹੈ ਤੇ ਇੱਕ ਉਤਪਾਦ ਬਣਾ ਲੈਂਦੇ ਆ। ਮੇਰਾ ਖਿਆਲ ਹੈ ਵੀ ਸਾਰਿਆਂ ਨੂੰ ਇਹ ਧਿਆਨ 'ਚ ਰਹੂਗੀ। ਅਗਲੀ ਜਿਹੜੀ ਕਿਸਮ ਹੈ ਰਸਾਇਣਿਕ ਸਮੀਕਰਨ ਦੀ, ਉਹ ਹੈ ਅਪਘਟਨ ਕਿਰਿਆ। ਇਹ ਉਸ ਤੋਂ ਉਲਟੀ ਹੈ। ਇਹਦੇ 'ਚ ਹੁੰਦਾ ਕੀ ਹੈ? ਇਹਦੇ 'ਚ ਇੱਕ ਅਭਿਕਾਰਕ ਹੁੰਦਾ ਹੈ। ਇੱਕ ਅਭਿਕਾਰਕ ਦੋ ਜਾਂ ਦੋ ਤੋਂ ਜ਼ਿਆਦਾ ਦੇ ਵਿੱਚ ਟੁੱਟ ਜਾਂਦਾ ਹੈ। ਜਦੋਂ ਇੱਕ ਅਭਿਕਾਰਕ ਦੋ ਜਾਂ ਦੋ ਤੋਂ ਜ਼ਿਆਦਾ ਦੇ ਵਿੱਚ ਅਪਘਟਿਤ ਹੁੰਦਾ ਹੈ, ਉਸ ਨੂੰ ਕਿਹਾ ਜਾਂਦਾ ਹੈ ਅਪਘਟਨ ਕਿਰਿਆ। ਹੁਣ ਇਹ ਅਪਘਟਨ ਤਿੰਨ ਤਰ੍ਹਾਂ ਨਾਲ ਕੀਤਾ ਜਾ ਸਕਦਾ ਹੈ। ਜੇ ਤਾਪ ਦੁਆਰਾ ਕੀਤਾ ਜਾ ਰਿਹਾ ਤਾਂ ਉਸਨੂੰ ਤਾਪ ਅਪਘਟਨ ਕਿਰਿਆ ਕਹਿੰਦੇ ਆ। ਜੇ ਉਹ ਪ੍ਰਕਾਸ਼ ਦੁਆਰਾ ਹੋ ਰਿਹਾ ਹੈ ਤਾਂ ਉਹ ਪ੍ਰਕਾਸ਼ੀ ਅਪਘਟਨ ਕਿਰਿਆ ਹੈ। ਜੇ ਉਹ ਬਿਜਲੀ ਦੁਆਰਾ ਹੋ ਰਿਹਾ ਹੈ ਤਾਂ ਉਹ ਬਿਜਲੀ ਅਪਘਟਨ ਕਿਰਿਆ ਹੈ। ਅਸੀਂ ਇੱਕ ਇੱਕ ਕਰਕੇ ਇਹਨਾਂ ਤਿੰਨਾਂ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ ਤਾਪ ਦੁਆਰਾ ਅਪਘਟਨ ਕਿਸ ਤਰ੍ਹਾਂ ਹੁੰਦਾ ਹੈ। ਜਦੋਂ ਹੁਣ ਜਿਵੇਂ ਇੱਕ ਅਸੀਂ ਉਦਾਹਰਨ ਲੈ ਕੇ ਚੱਲੇ ਹਾਂ, ਇਹ ਫੈਰਸ ਸਲਫੇਟ ਹੈ, ਅਸੀਂ ਇਸ ਨੂੰ ਗਰਮ ਕਰ ਦਈਏ। ਜਦੋਂ ਅਸੀਂ ਫੈਰਸ ਸਲਫੇਟ ਨੂੰ ਕਿਸੇ ਟੈਸਟ ਟਿਊਬ ਦੇ ਵਿੱਚ ਲੈ ਕੇ ਗਰਮ ਕਰਦੇ ਹਾਂ ਤਾਂ ਇਹ ਇਹਨਾਂ ਦੇ ਵਿੱਚ ਅਪਘਟਿਤ ਹੋ ਜਾਂਦਾ ਹੈ। ਹੁਣ ਤੁਸੀਂ ਦੇਖ ਰਹੇ ਹੋ ਇੱਕ ਸੀ ਸਾਡੇ ਕੋਲ ਅਭਿਕਾਰਕ ਔਰ ਇੱਕ ਤੋਂ ਜ਼ਿਆਦਾ ਕੀ ਬਣ ਰਹੇ ਨੇ ਇੱਥੇ ਉਤਪਾਦ। ਇਸੇ ਲਈ ਅਸੀਂ ਇਸ ਕਿਰਿਆ ਨੂੰ ਕਾਹਦਾ ਨਾਮ ਦਿੰਦੇ ਹਾਂ? ਅਪਘਟਨ ਕਿਰਿਆ। ਔਰ ਇਹ ਤਾਪ ਦੁਆਰਾ ਹੋ ਰਹੀ ਹੈ, ਇਸ ਦਾ ਨਾਮ ਹੋ ਗਿਆ ਤਾਪ ਅਪਘਟਨ ਕਿਰਿਆ। ਤਾਂ ਇਸ ਕਿਰਿਆ ਦਾ ਕਿਸ ਤਰ੍ਹਾਂ ਪਤਾ ਲੱਗਦਾ ਹੈ? ਇਸ ਕਿਰਿਆ ਦੇ ਵਿੱਚ ਗੈਸ ਦੀ ਉਤਪਤੀ ਹੋ ਰਹੀ ਹੈ। ਇਹ ਗੈਸ ਜਿਹੜੀ ਹੈ ਇਸਦੀ ਬੜੀ ਵਿਸ਼ੇਸ਼ ਕਿਸਮ ਦੀ ਸਮੈਲ ਹੁੰਦੀ ਹੈ, ਜਿਵੇਂ ਕੋਈ ਗਲੇ ਸੜੇ ਅੰਡਿਆਂ ਵਰਗੀ ਸਮੈਲ ਹੈ, ਸਲਫਰ ਦੇ ਸੜਨ ਦੀ ਸਮੈਲ ਵਰਗੀ ਹੈ। ਠੀਕ ਹੈ, ਇੱਥੋਂ ਅਸੀਂ ਇਸ ਕਿਰਿਆ ਦਾ ਪਤਾ ਲਗਾ ਸਕਦੇ ਹਾਂ। ਔਰ ਦੂਸਰਾ ਹੁੰਦਾ ਹੈ ਪ੍ਰਕਾਸ਼ ਦੁਆਰਾ ਅਪਘਟਨ। ਹੁਣ ਜਿਵੇਂ ਇੱਕ ਤੁਸੀਂ ਉਦਾਹਰਨ ਦੇਖ ਰਹੇ ਹੋ, ਇਹ ਪ੍ਰਕਾਸ਼ ਆ ਰਿਹਾ ਹੈ। ਇੱਥੇ ਇੱਕ ਚਾਈਨਾ ਡਿਸ਼ ਦੇ ਵਿੱਚ ਸਿਲਵਰ ਕਲੋਰਾਈਡ ਰੱਖਿਆ ਗਿਆ। ਜਦੋਂ ਸਿਲਵਰ ਕਲੋਰਾਈਡ ਨੂੰ ਅਸੀਂ ਜੇ ਸੂਰਜ ਦੀ ਰੌਸ਼ਨੀ ਦੇ ਵਿੱਚ ਰੱਖੀਏ ਤਾਂ ਇਹ ਸਿਲਵਰ ਕਲੋਰਾਈਡ ਸਿਲਵਰ ਅਤੇ ਕਲੋਰੀਨ ਇਹਨਾਂ ਦੋਨਾਂ ਦੇ ਵਿੱਚ ਅਪਘਟਿਤ ਹੋ ਜਾਂਦਾ ਹੈ। ਤਾਂ ਇਹ ਕਿਰਿਆ ਪ੍ਰਕਾਸ਼ ਦੁਆਰਾ ਹੋ ਰਹੀ ਹੈ, ਇਸ ਲਈ ਅਸੀਂ ਇਸ ਨੂੰ ਪ੍ਰਕਾਸ਼ ਅਪਘਟਨ ਕਿਰਿਆ ਦਾ ਨਾਮ ਦਿੰਦੇ ਹਾਂ। ਅਗਲੀ ਹੈ ਬਿਜਲੀ ਅਪਘਟਨ। ਮਤਲਬ ਇੱਥੇ ਅਪਘਟਨ ਬਿਜਲੀ ਦੁਆਰਾ ਹੋ ਰਿਹਾ ਹੈ।
ਜਿਵੇਂ ਤੁਸੀਂ ਇੱਥੇ ਇੱਕ ਕਿਰਿਆ ਦੇਖ ਰਹੇ ਹੋ, ਇਹਦੇ 'ਚ ਕੀ ਲਿਆ ਗਿਆ ਹੈ, ਇੱਕ ਮੱਗ ਲਿਆ ਗਿਆ ਹੈ, 2 ਇਲੈਕਟ੍ਰੋਡ ਨੇ ਔਰ ਇਹਨਾਂ ਇਲੈਕਟ੍ਰੋਡ ਨੂੰ ਇੱਕ ਬੈਟਰੀ ਦੇ ਨਾਲ ਜੋੜਿਆ ਗਿਆ ਹੈ, ਇਸ ਵਿੱਚ ਪਾਣੀ ਪਾਇਆ ਗਿਆ ਹੈ। ਤਾਂ ਜਦੋਂ ਪਾਣੀ ਦੇ ਵਿੱਚੋਂ ਦੀ ਇਸ ਬਿਜਲੀ ਦਾ ਜਿਹੜਾ ਹੈ ਸੰਚਾਲਨ ਕਰਵਾਇਆ ਜਾਂਦਾ ਹੈ ਤਾਂ ਉਸ ਸਮੇਂ ਜਿਹੜਾ ਪਾਣੀ ਹੈ ਉਹ ਇਹਨਾਂ 2 ਗੈਸਾਂ ਦੇ ਵਿੱਚ ਅਪਘਟਿਤ ਹੋ ਜਾਂਦਾ ਹੈ। ਹੁਣ ਇੱਥੇ ਤੁਸੀਂ ਦੇਖ ਰਹੇ ਹੋ ਜਿਹੜਾ ਆਹ ਵਾਲਾ ਇਲੈਕਟ੍ਰੋਡ ਹੈ ਇਸ ਨੂੰ ਅਸੀਂ ਕੈਥੋਡ ਦਾ ਨਾਮ ਦਿੱਤਾ ਹੈ, ਮਤਲਬ ਕੈਥੋਡ ਦੇ ਉੱਪਰ ਹਾਈਡਰੋਜਨ ਗੈਸ ਇਕੱਠੀ ਹੋਊਗੀ ਔਰ ਜਿਹੜਾ ਐਨੋਡ ਹੈ ਐਨੋਡ ਦੇ ਉੱਤੇ ਆਕਸੀਜਨ ਜਿਹੜੀ ਗੈਸ ਹੈ ਉਹ ਇਕੱਠੀ ਹੋਊਗੀ। ਔਰ ਇਹਨਾਂ ਦੋਨਾਂ ਦੀ ਇੱਕ ਖਾਸੀਅਤ ਹੋਊਗੀ ਕਿ ਜਿਹੜੀ ਹਾਈਡਰੋਜਨ ਦੀ ਮਾਤਰਾ ਹੈ ਉਹ ਹਮੇਸ਼ਾ ਆਕਸੀਜਨ ਦੀ ਮਾਤਰਾ ਨਾਲੋਂ 2 ਗੁਣਾ ਹੁੰਦੀ ਹੈ, ਦੁੱਗਣੀ ਹੁੰਦੀ ਹੈ। ਤਾਂ ਇਹ ਬਹੁਤ ਵਾਰ ਪੇਪਰ ਦੇ ਵਿੱਚ ਇਹ ਪ੍ਰਸ਼ਨ ਵੀ ਪੁੱਛਿਆ ਜਾਂਦਾ ਹੈ। ਤਾਂ ਇਹਨਾਂ ਸਮੀਕਰਨਾਂ ਨੂੰ ਤੁਸੀਂ ਜ਼ਰੂਰ ਧਿਆਨ 'ਚ ਰੱਖਣਾ ਹੈ, ਯਾਦ ਕਰਨਾ ਹੈ। ਅਸੀਂ ਸਿਰਫ ਇਸ ਜਿਹੜੀ ਵੀਡੀਓ ਦੇ ਵਿੱਚ ਕੁਝ ਮਹੱਤਵਪੂਰਨ ਸਮੀਕਰਨਾਂ ਹੀ ਡਿਸਕਸ ਕਰ ਰਹੇ ਹਾਂ ਜਿਹੜੀਆਂ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨੇ। ਅੱਗੇ ਆਂਦੀ ਹੈ ਵਿਸਥਾਪਨ ਕਿਰਿਆ। ਇਹਦੀ ਅਗਲੀ ਕਿਸਮ ਹੈ ਵਿਸਥਾਪਨ, ਵਿਸਥਾਪਿਤ ਹੋਣਾ। ਇਸ ਨਾਮ ਦੇ ਵਿੱਚ ਹੀ ਇਸ ਦੀ ਐਕਸਪਲੇਨੇਸ਼ਨ ਹੈ। ਉਹ ਕਿਰਿਆ ਜਿਸ ਵਿੱਚ ਕੋਈ ਜ਼ਿਆਦਾ ਕਿਰਿਆਸ਼ੀਲ ਤੱਤ ਆਪਣੇ ਤੋਂ ਘੱਟ ਕਿਰਿਆਸ਼ੀਲ ਤੱਤ ਨੂੰ ਉਸਦੇ ਯੌਗਿਕ ਵਿੱਚੋਂ ਵਿਸਥਾਪਿਤ ਕਰਦਾ ਹੈ। ਜਿਵੇਂ ਆ ਇੱਕ ਅਸੀਂ ਸਮੀਕਰਨ ਦੇਖ ਰਹੇ ਹਾਂ, ਇੱਕ ਕਿਰਿਆ ਦੇਖ ਰਹੇ ਹਾਂ। ਇਹਦੇ 'ਚ ਇੱਕ ਟੈਸਟ ਟਿਊਬ ਲਈ ਹੋਈ ਹੈ, ਉਹਦੇ ਵਿੱਚ ਕਾਪਰ ਸਲਫੇਟ ਜਿਹਨੂੰ ਅਸੀਂ ਨੀਲਾ ਥੋਥਾ ਬੋਲਦੇ ਹਾਂ ਉਹਦਾ ਘੋਲ ਲਿਆ ਗਿਆ ਹੈ। ਇਹਦਾ ਰੰਗ ਕੀ ਹੁੰਦਾ ਹੈ? ਨੀਲਾ ਹੁੰਦਾ ਹੈ। ਜਦੋਂ ਲੋਹੇ ਨੂੰ ਕਾਪਰ ਸਲਫੇਟ ਦੇ ਵਿੱਚ ਪਾਇਆ ਜਾਂਦਾ ਹੈ, ਹੁਣ ਜਿਹੜਾ ਇਹ ਲੋਹਾ ਹੈ, ਲੋਹਾ ਕਾਪਰ ਨਾਲੋਂ ਜ਼ਿਆਦਾ ਕਿਰਿਆਸ਼ੀਲ ਹੈ, ਇਸ ਲਈ ਲੋਹਾ ਕਾਪਰ ਨੂੰ ਵਿਸਥਾਪਿਤ ਕਰ ਦਿੰਦਾ ਹੈ, ਉਸ ਦੀ ਜਗ੍ਹਾ ਆਪ ਲੈ ਲੈਂਦਾ ਹੈ। ਤਾਂ ਇਸ ਟਾਈਪ ਦੀ ਜਿਹੜੀ ਸਮੀਕਰਨ ਹੁੰਦੀ ਹੈ ਉਸ ਨੂੰ ਕਿਹਾ ਜਾਂਦਾ ਹੈ ਵਿਸਥਾਪਨ ਕਿਰਿਆ। ਇੱਥੇ ਇਹਦਾ ਰੰਗ ਹੈ ਜਿਹੜਾ ਉਹ ਬਦਲ ਜਾਂਦਾ ਹੈ। ਆਇਰਨ ਸਲਫੇਟ ਦਾ ਰੰਗ ਹਲਕਾ ਜਿਹੜਾ ਹਰਾ ਹੁੰਦਾ ਹੈ, ਠੀਕ ਹੈ, ਇਹਦਾ ਰੰਗ ਫਿੱਕਾ ਹੋਣਾ ਸ਼ੁਰੂ ਹੋ ਜਾਊਗਾ, ਹੌਲੀ ਹੌਲੀ ਹਲਕਾ ਹਰਾ ਹੋ ਜਾਂਦਾ ਹੈ। ਤਾਂ ਇੱਥੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਰਸਾਇਣਿਕ ਕਿਰਿਆ ਹੋ ਰਹੀ ਹੈ। ਤਾਂ ਹੁਣ ਸਾਨੂੰ ਇਹ ਕਿਵੇਂ ਪਤਾ ਲੱਗੇਗਾ ਕਿ ਕਿਹੜਾ ਤੱਤ ਜ਼ਿਆਦਾ ਕਿਰਿਆਸ਼ੀਲ ਹੈ, ਕਿਹੜਾ ਤੱਤ ਘੱਟ ਕਿਰਿਆਸ਼ੀਲ ਹੈ? ਉਹਦੇ ਲਈ ਅਸੀਂ ਇੱਕ ਛੋਟੀ ਜਿਹੀ ਟ੍ਰਿਕ ਕਰਦੇ ਹਾਂ। ਇਹ ਜਿਹੜੀ ਲਿਖੀ ਗਈ ਹੈ ਇੱਕ ਕਿਰਿਆਸ਼ੀਲਤਾ ਲੜੀ ਹੈ, ਧਾਤਾਂ ਦੀ ਕਿਰਿਆਸ਼ੀਲਤਾ ਲੜੀ। ਇਸ ਦੇ ਵਿੱਚ ਜਿਹੜੀ ਆ ਸਭ ਤੋਂ ਉੱਪਰ ਤੁਸੀਂ ਧਾਤਾਂ ਦੇਖ ਰਹੇ ਹੋ ਇਹਨਾਂ ਦੀ ਕਿਰਿਆਸ਼ੀਲਤਾ ਸਭ ਤੋਂ ਜ਼ਿਆਦਾ ਹੈ। ਜਿਵੇਂ ਜਿਵੇਂ ਅਸੀਂ ਨੀਚੇ ਨੂੰ ਜਾਂਦੇ ਹਾਂ ਇਹਨਾਂ ਦੀ ਕਿਰਿਆਸ਼ੀਲਤਾ ਘਟ ਜਾਂਦੀ ਹੈ। ਆਹ ਜਿਹੜੀਆਂ ਧਾਤਾਂ ਨੇ ਸਭ ਤੋਂ ਘੱਟ ਕਿਰਿਆਸ਼ੀਲ ਨੇ, ਇਹ ਸਭ ਤੋਂ ਜ਼ਿਆਦਾ ਕਿਰਿਆਸ਼ੀਲ ਨੇ ਉੱਪਰ ਵਾਲੀਆਂ। ਹੁਣ ਯਾਦ ਰੱਖਣ ਦਾ ਇੱਕ ਛੋਟਾ ਜਿਹਾ ਟ੍ਰਿਕ ਹੈ, ਤੁਸੀਂ ਬੜਾ ਆਸਾਨੀ ਨਾਲ ਇਸ ਨੂੰ ਯਾਦ ਰੱਖ ਸਕਦੇ ਹੋ। ट्रिक है के नाम का माली आलू जरा फीके पकाता है काटता है आधा आधा। इन्हां सारिਆਂ ਦੇ ਸਾਹਮਣੇ ਲਿਖਿਆ ਗਿਆ ਕਿਹੜਾ ਅੱਖਰ ਕਿਸ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਹੈ। ਇਸ ਛੋਟੀ ਜਿਹੀ ਤੁਕ ਤੋਂ ਤੁਸੀਂ ਆਸਾਨੀ ਨਾਲ ਇਸ ਦਾ ਪਤਾ ਜਿਹੜੀ ਹੈ ਇਸ ਕਿਰਿਆਸ਼ੀਲਤਾ ਲੜੀ ਨੂੰ ਯਾਦ ਕਰ ਸਕਦੇ ਹੋ। ਹੁਣ ਪਤਾ ਕਿਸ ਤਰ੍ਹਾਂ ਲੱਗੇਗਾ? ਜਿਵੇਂ ਇਸ ਕਿਰਿਆ ਦੇ ਵਿੱਚ ਦੇਖੋ ਆਇਰਨ ਸੀ, ਇੱਕ ਕਾਪਰ ਸੀ। ਇਧਰੋਂ ਦੇਖੋ ਆਇਰਨ ਕਿੱਥੇ ਹੈ? ਇਸ जगह आयरन है, इस जगह कापर है। हुण तुसीं आप देख सकते हो ये उपर है, ਇਹਦਾ मतलब आयरन की क्रियाशीलता इस नालों ज़्यादा है। एक नीचे असीं एक होर उदाहरण लिखी है कापर दे विच कापर नूं अगर असीं जिंक सल्फेट दे घोल दे विच पाईए कहना दसो की होएगा। हुण इहदा किस तरह पता लगूगा? इधरों तुसीं चैक करो कापर किस थां ते है और जिंक किस थां ते है। तुसीं देख रहे हो जिंक उपर है ते कापर नीचे है। ਇਹਦਾ ਕੀ ਮਤਲਬ ਹੋਇਆ ਕਿ ਜ਼ਿੰਕ ਜ਼ਿਆਦਾ ਕਿਰਿਆਸ਼ੀਲ ਹੈ ਕਾਪਰ ਨਾਲੋਂ। ਤਾਂ ਇੱਥੇ ਜਿਹੜਾ ਕਾਪਰ ਹੈ ਘੱਟ ਕਿਰਿਆਸ਼ੀਲ ਹੋਣ ਕਰਕੇ ਇਸ ਜ਼ਿੰਕ ਨੂੰ ਵਿਸਥਾਪਿਤ ਨਹੀਂ ਕਰ ਸਕਦਾ। ਤਾਂ ਇੱਥੇ ਅਸੀਂ ਕੀ ਲਿਖਾਂਗੇ ਕਿ ਇੱਥੇ ਕੋਈ ਪ੍ਰਤੀਕਿਰਿਆ ਨਹੀਂ ਹੁੰਦੀ, ਕੋਈ ਕਿਰਿਆ ਨਹੀਂ ਹੋ ਰਹੀ। ਤਾਂ ਇਸ ਤਰੀਕੇ ਨਾਲ ਅਸੀਂ ਕਿਸੇ ਵੀ ਤਰ੍ਹਾਂ ਦੀ ਵਿਸਥਾਪਨ ਕਿਰਿਆ ਨੂੰ ਕਰ ਸਕਦੇ ਹਾਂ। ਤਾਂ ਇਹ ਪਿਆਰੇ ਦੋਸਤੋ ਇਹ ਟ੍ਰਿਕ ਤੁਸੀਂ ਜ਼ਰੂਰ ਯਾਦ ਰੱਖਣਾ ਹੈ। ਇਸ ਟ੍ਰਿਕ ਤੋਂ ਤੁਸੀਂ ਧਾਤਾਂ ਦੀ ਕਿਰਿਆਸ਼ੀਲਤਾ ਦਾ ਪਤਾ ਲਗਾ ਸਕਦੇ ਹੋ। ਉਸ ਤੋਂ ਅਗਲੀ ਕਿਰਿਆ ਆਉਂਦੀ ਹੈ ਦੂਰਾ ਵਿਸਥਾਪਨ ਕਿਰਿਆ। ਤਾਂ ਪਿੱਛੇ ਅਸੀਂ ਪੜ੍ਹਿਆ ਸੀ ਕੱਲਾ ਵਿਸਥਾਪਨ ਕਿਰਿਆ, ਉਹਦੇ ਵਿੱਚ ਇੱਕ ਤੱਤ ਦੂਸਰੇ ਤੱਤ ਨੂੰ ਵਿਸਥਾਪਿਤ ਕਰਦਾ ਹੈ। ਪਰ ਇਹ ਦੂਰਾ ਵਿਸਥਾਪਨ ਕਿਰਿਆ ਕੀ ਹੈ? ਇਸ ਵਿੱਚ ਜਿਹੜੇ ਅਭਿਕਾਰਕ ਨੇ ਉਹਨਾਂ ਦੋਨਾਂ ਦੇ ਆਇਨ ਆਪਸ ਦੇ ਵਿੱਚ
ਅਦਲਾ ਬਦਲੀ ਹੁੰਦੀ ਹੈ, ਉਹਨਾਂ ਦੀ ਆਪਸ ਚ ਐਕਸਚੇਂਜ ਹੁੰਦੇ ਆ, ਮਤਲਬ ਇੱਥੇ ਵਿਸਥਾਪਨ 2 ਵਾਰ ਹੁੰਦਾ ਹੈ, ਇਸ ਲਈ ਅਸੀਂ ਇਸ ਨੂੰ ਦੂਹਰਾ ਵਿਸਥਾਪਨ ਦਾ ਨਾਮ ਦਿੰਦੇ ਹਾਂ। ਜਿਵੇਂ ਤੁਸੀਂ ਇੱਥੇ ਇੱਕ ਕਿਰਿਆ ਦੇਖ ਰਹੇ ਹੋ, ਸੋਡੀਅਮ ਸਲਫੇਟ ਹੈ, ਇਹਦੇ ਚ ਬੇਰੀਅਮ ਕਲੋਰਾਈਡ ਪਾਇਆ ਗਿਆ। ਇਹ ਬੜੀ ਮਹੱਤਵਪੂਰਨ ਸਮੀਕਰਨ ਹੈ, ਪੇਪਰ ਦੇ ਵਿੱਚ ਬਹੁਤ ਵਾਰ ਆਉਂਦੀ ਹੈ, ਪੇਪਰ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇੱਥੇ ਤੁਸੀਂ ਦੇਖ ਰਹੇ ਹੋ ਆ ਜਿਹੜੀ ਸਲਫੇਟ ਆਇਨ ਹੈ ਇਹ ਇਸ ਦੀ ਜਗ੍ਹਾ ਲੈ ਲੈਂਦੀ ਹੈ, ਔਰ ਕਲੋਰੀਨ ਆਇਨ ਉਹ ਇਸ ਦੀ ਜਗ੍ਹਾ, ਮਤਲਬ ਇਹ ਦੋਨੋਂ ਆਪਸ ਚ ਐਕਸਚੇਂਜ ਹੁੰਦੇ ਆ। ਇੱਥੇ ਕੀ ਬਣ ਗਿਆ, ਬੇਰੀਅਮ ਸਲਫੇਟ ਬਣ ਗਿਆ, ਔਰ ਇੱਥੇ ਕੀ ਬਣ ਗਿਆ, ਸੋਡੀਅਮ ਕਲੋਰਾਈਡ ਬਣ ਗਿਆ। ਔਰ ਜਿਹੜਾ ਇੱਥੇ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਨਾਲ ਕੁਝ ਨੋਟੇਸ਼ਨਸ ਲਿਖੇ ਹੋਏ ਆ, ਇਹ ਦੋਨੋਂ ਘੋਲ ਸੀਗੇ ਪਾਣੀ ਦੇ ਵਿੱਚ ਤਿਆਰ ਕਰੇ ਹੋਏ, ਔਰ ਇੱਥੇ ਕੀ ਬਣ ਗਿਆ, ਇਹ ਸੋਲਿਡ ਲਿਖਿਆ ਗਿਆ ਹੈ, ਕਿਉਂਕਿ ਜਿਹੜੀ ਇਹ ਸਮੀਕਰਨ ਹੈ ਇਹਨਾਂ ਦੇ ਵਿੱਚ ਜਿਹੜਾ ਆ ਇੱਕ ਯੌਗਿਕ ਤੁਸੀਂ ਦੇਖ ਰਹੇ ਹੋ ਇਹ ਠੋਸ ਰੂਪ ਚ ਹੁੰਦਾ ਹੈ, ਜਿਸ ਨੂੰ ਅਸੀਂ ਬੋਲਦੇ ਹਾਂ ਅਵਖੇਪ। ਤਾਂ ਇਸ ਕਿਰਿਆ ਨੂੰ ਅਸੀਂ ਅਵਖੇਪਣ ਕਿਰਿਆ ਦਾ ਨਾਮ ਵੀ ਦਿੰਦੇ ਹਾਂ, ਕਿਉਂਕਿ ਇਸ ਕਿਰਿਆ ਦੇ ਦੌਰਾਨ ਇੱਕ ਅਵਖੇਪ ਬਣਦਾ ਹੈ ਜਿਹੜਾ ਉਸ ਸੋਲੂਸ਼ਨ ਦੇ ਵਿੱਚ ਘੁਲਦਾ ਨਹੀਂ ਹੈਗਾ, ਠੋਸ ਰੂਪ ਦੇ ਵਿੱਚ ਲਟਕਦਾ ਰਹਿੰਦਾ ਹੈ। ਇੱਕ ਹੋਰ ਇਸੇ ਤਰ੍ਹਾਂ ਦੀ ਉਦਾਹਰਨ ਹੈ ਲੈਡ ਨਾਈਟ੍ਰੇਟ ਹੈ, ਉਹਦੇ ਚ ਅਸੀਂ ਪੋਟਾਸ਼ੀਅਮ ਆਇਓਡਾਈਡ ਦਾ ਅਗਰ ਅਸੀਂ ਘੋਲ ਪਾ ਦਈਏ ਤਾਂ ਸਾਡੇ ਕੋਲ ਬਣਦਾ ਹੈ ਇੱਕ ਲੈਡ ਆਇਓਡਾਈਡ, ਇੱਕ ਪੋਟਾਸ਼ੀਅਮ ਨਾਈਟ੍ਰੇਟ। ਇਹ ਜਿਹੜਾ ਲੈਡ ਆਇਓਡਾਈਡ ਹੈ, ਇਹ ਜਿਹੜੀ ਤੁਸੀਂ ਕਿਰਿਆ ਦੇਖ ਰਹੇ ਹੋ ਯੈਲੋ ਕਲਰ ਦਾ, ਇਹ ਲੈਡ ਆਇਓਡਾਈਡ ਹੈ ਜਿਹੜਾ ਠੋਸ ਰੂਪ ਦੇ ਵਿੱਚ ਇਸ ਘੋਲ ਦੇ ਵਿੱਚ ਬਣਦਾ ਹੈ। ਤਾਂ ਇਹ ਵੀ ਇੱਕ ਅਵਖੇਪਣ ਕਿਰਿਆ ਦੀ ਉਦਾਹਰਨ ਹੈ, ਇਹ ਵੀ ਇੱਕ ਅਵਖੇਪਣ ਕਿਰਿਆ ਦੀ ਉਦਾਹਰਨ ਹੈ। ਇਹਦੇ ਚ ਵਾਈਟ ਕਲਰ ਦੇ ਅਵਖੇਪ ਬਣਦੇ ਆ, ਚਿੱਟੇ ਕਲਰ ਦੇ ਅਵਖੇਪ ਨੇ, ਇਹਦੇ ਚ ਯੈਲੋ ਕਲਰ ਦੇ ਅਵਖੇਪ ਬਣਦੇ ਆ। ਅਗਲਾ ਜਿਹੜੀ ਸਾਡੀ ਕਿਰਿਆਵਾਂ ਦੀ ਕਿਸਮ ਹੈ ਉਹ ਹੈ ਆਕਸੀਕਰਨ ਅਤੇ ਲਘੂਕਰਨ ਕਿਰਿਆਵਾਂ। ਉਹ ਕਿਰਿਆਵਾਂ ਇਹਦੇ ਨਾਮ ਚ ਹੀ ਹੈ, ਆਕਸੀਜਨ ਤੋਂ ਬਣਿਆ ਹੈ, ਜਿਸ ਵਿੱਚ ਆਕਸੀਜਨ ਦੀ ਪ੍ਰਾਪਤੀ ਹੁੰਦੀ ਹੈ, ਆਕਸੀਜਨ ਜੁੜਦਾ ਹੈ, ਉਸ ਨੂੰ ਆਕਸੀਕਰਨ ਕਿਹਾ ਜਾਂਦਾ ਹੈ। ਜਿਵੇਂ ਤੁਸੀਂ ਇੱਕ ਸਮੀਕਰਨ ਦੇਖ ਰਹੇ ਹੋ, ਜੇ ਅਸੀਂ ਕਾਪਰ ਪਾਊਡਰ ਨੂੰ ਕਿਸੇ ਚਾਈਨਾ ਡਿਸ਼ ਦੇ ਵਿੱਚ ਲੈ ਕੇ ਗਰਮ ਕਰ ਦਈਏ ਆਕਸੀਜਨ ਦੀ ਮੌਜੂਦਗੀ ਦੇ ਵਿੱਚ, ਤਾਂ ਉਹ ਕੀ ਬਣ ਜਾਂਦਾ ਹੈ, ਇੱਕ ਕਾਲੇ ਰੰਗ ਦਾ ਪਾਊਡਰ ਬਣ ਜਾਂਦਾ ਹੈ, ਕਾਪਰ ਆਕਸਾਈਡ। ਤਾਂ ਇਹਦਾ ਮਤਲਬ ਇਸ ਕਾਪਰ ਦੇ ਵਿੱਚ ਆਕਸੀਜਨ ਜੁੜ ਰਹੀ ਹੈ, ਤਾਂ ਇਸ ਨੂੰ ਕੀ ਕਿਹਾ ਜਾਂਦਾ ਹੈ, ਆਕਸੀਕਰਨ ਕਿਰਿਆ ਕਿਹਾ ਜਾਂਦਾ ਹੈ। ਕਾਪਰ ਦਾ ਇੱਥੇ ਆਕਸੀਕਰਨ ਹੋ ਰਿਹਾ ਹੈ। ਇਸੇ ਤਰ੍ਹਾਂ ਲਘੂਕਰਨ, ਲਘੂਕਰਨ ਕੀ ਹੈ, ਜਿੱਥੇ ਆਕਸੀਜਨ ਦੀ ਹਾਨੀ ਹੁੰਦੀ ਹੈ, ਮਤਲਬ ਕਹਿਣ ਦਾ ਭਾਵ ਕੀ ਹੈ, ਆਕਸੀਜਨ ਵੱਖ ਹੁੰਦੀ ਹੈ, ਆਕਸੀਜਨ ਕਿਸੇ ਨਾਲੋਂ ਅਲੱਗ ਹੁੰਦੀ ਹੈ, ਉਸ ਨੂੰ ਲਘੂਕਰਨ ਦਾ ਨਾਮ ਦਿੰਦੇ ਆ। ਜਿਵੇਂ ਤੁਸੀਂ ਇੱਕ ਕਿਰਿਆ ਦੇਖ ਰਹੇ ਹੋ, ਜੇ ਕਾਪਰ ਆਕਸਾਈਡ ਨੂੰ ਅਸੀਂ ਹਾਈਡਰੋਜਨ ਨਾਲ ਕਿਰਿਆ ਕਰਾ ਦਈਏ ਤਾਂ ਜਿਹੜਾ ਆਕਸੀਜਨ ਹੈ ਉਹ ਇੱਥੋਂ ਵੱਖ ਹੋ ਕੇ ਹਾਈਡਰੋਜਨ ਨਾਲ ਜੁੜ ਕੇ ਪਾਣੀ ਬਣਾਉਂਦਾ ਹੈ, ਕਾਪਰ ਅਲੱਗ ਹੋ ਜਾਂਦਾ। ਤੁਸੀਂ ਦੇਖ ਰਹੇ ਹੋ ਆਕਸੀਜਨ ਇਹਦੇ ਨਾਲੋਂ ਵੱਖ ਹੋ ਗਿਆ, ਇਹਦਾ ਮਤਲਬ ਇਸ ਜਗ੍ਹਾ ਤੇ ਕਾਪਰ ਆਕਸਾਈਡ ਲਘੂਕਰਨ ਇਸ ਦਾ ਹੋ ਜਾਂਦਾ ਹੈ, ਇਹ ਕਾਹਦੇ ਚ ਬਦਲ ਗਿਆ, ਕਾਪਰ ਦੇ ਵਿੱਚ। ਉਹ ਕਿਰਿਆਵਾਂ ਜਿਨ੍ਹਾਂ ਚ ਦੋਨੋਂ ਹੀ ਹੁੰਦੇ ਆ, ਆਕਸੀਕਰਨ ਵੀ ਹੁੰਦਾ ਹੈ, ਜਿਨ੍ਹਾਂ ਚ ਲਘੂਕਰਨ ਵੀ ਹੁੰਦਾ ਹੈ, ਉਹਨਾਂ ਨੂੰ ਅਸੀਂ ਰਿਡਾਕਸ ਕਿਰਿਆਵਾਂ ਦਾ ਨਾਮ ਦਿੰਦੇ ਹਾਂ। ਰਿਡਾਕਸ ਕਿਰਿਆਵਾਂ ਰਿਡ ਪਲਸ ਆਕਸ, ਰਿਡਕਸ਼ਨ ਸ਼ਬਦ ਤੋਂ ਬਣਿਆ ਹੈ, ਰਿਡਕਸ਼ਨ ਲਘੂਕਰਨ ਨੂੰ ਕਿਹਾ ਜਾਂਦਾ ਹੈ, ਤੇ ਆਕਸ ਆਕਸੀਕਰਨ ਤੋਂ, ਤਾਂ ਮਤਲਬ ਜਿਨ੍ਹਾਂ ਚ ਦੋਨੋਂ ਕਿਰਿਆਵਾਂ ਹੋ ਰਹੀਆਂ ਨੇ ਉਹਨਾਂ ਨੂੰ ਅਸੀਂ ਰਿਡਾਕਸ ਕਿਰਿਆਵਾਂ ਦਾ ਨਾਮ ਦਿੰਦੇ ਹਾਂ। ਤੇ ਇੱਥੇ ਤੁਸੀਂ ਜਿਵੇਂ ਦੇਖ ਰਹੇ ਹੋ ਇਹਦਾ ਲਘੂਕਰਨ ਹੋ ਗਿਆ ਔਰ ਇਸ ਦਾ ਆਕਸੀਕਰਨ ਹੋ ਗਿਆ। ਇੱਕ ਗੱਲ ਇੱਥੇ ਧਿਆਨ ਚ ਰੱਖਣ ਯੋਗ ਹੋਰ ਹੈ, ਕਈ ਵਾਰ ਇੱਕ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਆਕਸੀ ਕਾਰਕ ਕੀ ਹੁੰਦੇ ਹਨ, ਤਾਂ ਇਹ ਥੋੜਾ ਜਿਹਾ ਇਹਨਾਂ ਦੋਨਾਂ ਤੋਂ ਇੱਕ ਡਿਫਰੈਂਟ ਜਿਹੜਾ ਹੈ ਇਹਨੂੰ ਧਿਆਨ ਚ ਰੱਖਣ ਦੀ ਜ਼ਰੂਰਤ ਹੈ। ਆਕਸੀ ਕਾਰਕ ਉਹ ਯੌਗਿਕ ਜਾਂ ਉਹ ਪਦਾਰਥ ਨੇ ਜਿਹੜੇ ਆਕਸੀਜਨ ਦਿੰਦੇ ਨੇ, ਆਕਸੀਜਨ ਛੱਡਦੇ ਨੇ। ਇਹਦਾ ਮਤਲਬ ਇੱਥੇ ਤੁਸੀਂ ਦੇਖੋ ਇਹ ਆਕਸੀਜਨ ਦੇ ਰਿਹਾ ਹੈ, ਇਹਦਾ ਆਪਦਾ ਲਘੂਕਰਨ ਹੋ ਰਿਹਾ ਹੈ, ਪਰ ਇਹਦੇ ਲਈ ਇਹ ਇੱਕ ਆਕਸੀ ਕਾਰਕ ਦੇ ਤੌਰ ਤੇ ਕੰਮ ਕਰ ਰਿਹਾ ਹੈ। ਔਰ ਲਘੂ ਕਾਰਕ ਜਿਹੜੇ ਆਕਸੀਜਨ ਪ੍ਰਾਪਤ ਕਰਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਲਘੂ ਕਾਰਕ। ਹੁਣ ਸਾਡੀ ਡੇਲੀ ਲਾਈਫ ਦੇ ਵਿੱਚ ਇਸ ਦੀਆਂ ਕੁਝ ਜਿਹੜੀਆਂ ਉਦਾਹਰਨ ਐਪਲੀਕੇਸ਼ਨਾਂ ਨੇ ਜਿੱਥੇ ਅਸੀਂ ਆਕਸੀਕਰਨ ਦੇਖਦੇ ਹਾਂ। ਸਾਡੀ ਡੇਲੀ ਲਾਈਫ 'ਚ ਆਕਸੀਕਰਨ ਕਿੱਥੇ ਹੁੰਦਾ ਹੈ? ਇੱਕ ਹੈ ਖੋਰਨ। ਖੋਰਨ ਕੀ ਹੁੰਦਾ ਹੈ? ਤੁਸੀਂ ਦੇਖਿਆ ਹੋਵੇਗਾ ਤੁਹਾਡੇ ਆਲੇ ਦੁਆਲੇ ਦੇ ਵਿੱਚ ਕੁਝ ਧਾਤਾਂ ਨੇ ਜਿਹੜੀਆਂ ਆਪਣੇ ਆਲੇ ਦੁਆਲੇ ਸਿੱਲ, ਹਵਾ, ਪਾਣੀ, ਤੇਜ਼ਾਬ ਇਹਨਾਂ ਨਾਲ ਕਿਰਿਆ ਕਰਕੇ ਖੁਰਨਾ ਸ਼ੁਰੂ ਹੋ ਜਾਂਦੀਆਂ ਨੇ। ਅਸੀਂ ਉਸ ਕਿਰਿਆ ਨੂੰ ਖੋਰਨ ਬੋਲਦੇ ਹਾਂ। ਇਹਦਾ ਮਤਲਬ ਉਸ ਧਾਤ ਦਾ ਆਕਸੀਕਰਨ ਹੋ ਜਾਂਦਾ ਹੈ। ਜਿਵੇਂ ਤੁਸੀਂ ਲੋਹੇ ਨੂੰ ਜੰਗ ਲੱਗਦੀ ਦੇਖੀ ਹੋਏਗੀ, ਜੇ ਲੋਹੇ ਨੂੰ ਅਸੀਂ ਬਾਹਰ ਰੱਖ ਦਈਏ ਜਿੱਥੇ ਸਿੱਲ ਹੈ,
ਜਾਂ ਜਿੱਥੇ ਹਵਾ ਵੀ ਹੈ ਪਾਣੀ ਵੀ ਹੈ ਤਾਂ ਜਿਹੜਾ ਲੋਹਾ ਹੈ ਉਹ ਪਾਣੀ ਅਤੇ ਹਵਾ ਨਾਲ ਕਿਰਿਆ ਕਰਕੇ ਆਕਸੀਕਰਨ ਹੋ ਜਾਂਦਾ ਉਸ ਲੋਹੇ ਦਾ ਤੇ ਆਇਰਨ ਆਕਸਾਈਡ ਬਣ ਜਾਂਦਾ ਹੈ, ਜਿਸ ਨੂੰ ਅਸੀਂ ਜੰਗ ਲੱਗਣਾ ਬੋਲਦੇ ਹਾਂ। ਤਾਂ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਜੇ ਅਸੀਂ ਉਸ ਲੋਹੇ ਦਾ ਸੰਪਰਕ ਆਕਸੀਜਨ ਜਾਂ ਪਾਣੀ ਤੋਂ ਤੋੜ ਦਈਏ ਤਾਂ ਅਸੀਂ ਉਸ ਲੋਹੇ ਨੂੰ ਜੰਗ ਲੱਗਣ ਤੋਂ ਬਚਾ ਸਕਦੇ ਹਾਂ। ਉਹਦੇ ਲਈ ਅਸੀਂ ਕੀ ਕਰ ਸਕਦੇ ਹਾਂ? ਪੇਂਟ ਕਰ ਸਕਦੇ ਹਾਂ, ਕਾਲੇ ਤੇਲ ਦਾ ਲੇਪ ਲਗਾ ਸਕਦੇ ਹਾਂ, ਜਾਂ ਉਸ ਦੀ ਜਗ੍ਹਾ ਤੇ ਕੋਈ ਹੋਰ ਮਿਸ਼ਰਿਤ ਧਾਤ ਦਾ ਉਪਯੋਗ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਇੱਕ ਹੋਰ ਟਰਮ ਹੈ ਦੁਰਗੰਧਤਾ। ਜਿਹੜੇ ਤੇਲ ਯੁਕਤ ਜਾਂ ਚਰਬੀ ਯੁਕਤ ਖਾਣ ਵਾਲੇ ਪਦਾਰਥ ਨੇ, ਜੇ ਅਸੀਂ ਉਹਨਾਂ ਨੂੰ ਇਸੇ ਤਰ੍ਹਾਂ ਲੰਬੇ ਸਮੇਂ ਤੱਕ ਰੱਖ ਦਈਏ ਤਾਂ ਉਹਨਾਂ ਦਾ ਆਕਸੀਕਰਨ ਹੋ ਜਾਂਦਾ ਹੈ ਤੇ ਉਹਨਾਂ ਪਦਾਰਥਾਂ ਦੇ ਵਿੱਚੋਂ ਦੁਰਗੰਧ ਆਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਇਸ ਨੂੰ ਦੁਰਗੰਧਤਾ ਬੋਲਦੇ ਹਾਂ। ਤੁਸੀਂ ਦੇਖਿਆ ਹੋਵੇਗਾ ਬਹੁਤ ਵਾਰ ਜਿਹੜੇ ਤੇਲ ਯੁਕਤ ਪਦਾਰਥ ਹੁੰਦੇ ਆ ਉਹ ਜ਼ਿਆਦਾ ਲੰਬੇ ਸਮੇਂ ਤੱਕ ਅਸੀਂ ਨਹੀਂ ਰੱਖ ਸਕਦੇ ਘਰੇ। ਤੁਹਾਨੂੰ ਰੱਖਣ ਦਾ ਕੀ ਤਰੀਕਾ ਹੈ? ਤੁਸੀਂ ਪਿਆਰੇ ਵਿਦਿਆਰਥੀਓ ਨੋਟ ਕੀਤਾ ਹੋਵੇਗਾ, ਤੁਸੀਂ ਬਾਜ਼ਾਰ ਦੇ ਵਿੱਚੋਂ ਕੁਛ ਖਾਣ ਦੇ ਲਈ ਚਿਪਸ ਵਗੈਰਾ ਦੇ ਪੈਕੇਟ ਲੈਂਦੇ ਹੋਵੋਗੇ ਤਾਂ ਉਹਨਾਂ ਦੇ ਵਿੱਚ ਇੱਕ ਗੈਸ ਭਰੀ ਹੁੰਦੀ ਹੈ, ਉਹ ਗੈਸ ਹੈ ਨਾਈਟ੍ਰੋਜਨ। ਹੁਣ ਨਾਈਟ੍ਰੋਜਨ ਨਾਲ ਉਹਨਾਂ ਨੂੰ ਕਿਉਂ ਪ੍ਰਭਾਵਿਤ ਕੀਤਾ ਜਾਂਦਾ ਹੈ? ਕਿਉਂਕਿ ਜਿਹੜੀ ਨਾਈਟ੍ਰੋਜਨ ਹੈ ਇੱਕ ਅਕਿਰਿਆਸ਼ੀਲ ਗੈਸ ਹੈ ਜਿਹੜੀ ਉਸ ਤੇਲ ਯੁਕਤ ਭੋਜਨ ਪਦਾਰਥ ਦਾ ਸੰਪਰਕ ਹੈ ਜਿਹੜਾ ਉਹ ਆਕਸੀਜਨ ਤੋਂ ਦੂਰ ਰੱਖਦੀ ਹੈ, ਆਕਸੀਜਨ ਤੋਂ ਬਚਾਏ ਰੱਖਦੀ ਹੈ। ਇਸ ਲਈ ਜਦੋਂ ਤੱਕ ਉਹਦੇ ਅੰਦਰ ਨਾਈਟ੍ਰੋਜਨ ਹੁੰਦੀ ਹੈ ਉਦੋਂ ਤੱਕ ਆਕਸੀਜਨ ਨਾਲ ਸੰਪਰਕ ਹੈ ਜਿਹੜਾ ਉਸਦਾ ਨਹੀਂ ਹੋ ਪਾਉਂਦਾ ਤਾਂ ਉਹ ਭੋਜਨ ਪਦਾਰਥ ਜਲਦੀ ਖਰਾਬ ਨਹੀਂ ਹੁੰਦਾ। ਜਾਂ ਫਿਰ ਦੂਸਰਾ ਤਰੀਕਾ ਕੀ ਹੈ? ਅਸੀਂ ਉਹਨਾਂ ਨੂੰ ਸੀਲਬੰਦ ਪੈਕੇਟ ਦੇ ਵਿੱਚ ਰੱਖ ਸਕਦੇ ਹਾਂ, ਸੀਲਬੰਦ ਡੱਬਿਆਂ ਦੇ ਵਿੱਚ ਰੱਖ ਸਕਦੇ ਹਾਂ ਤਾਂ ਕਿ ਆਕਸੀਜਨ ਨਾਲ ਉਸ ਭੋਜਨ ਪਦਾਰਥ ਦਾ ਜਿਹੜਾ ਸੰਪਰਕ ਹੈ ਉਹ ਨਾ ਹੋਵੇ, ਤਾਂ ਕਿ ਉਹਦਾ ਆਕਸੀਕਰਨ ਹੋਣ ਤੋਂ ਬਚ ਜਾਏ। ਧੰਨਵਾਦ। ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦਾ ਲੱਗਿਆ? ਇਸ ਨੂੰ ਪੂਰਾ ਦੇਖਣਾ ਤੇ ਹੋ ਸਕੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਨਾ। ਧੰਨਵਾਦ ਜੀ।